Hello everyone, welcome to Victor's Knowledge. This is Chinu Sharma, and today I am going to discuss with you the most important topic from our subject quant. So ਜਦੋਂ ਵੀ ਆਪਾਂ ਮੈਥ ਦੀ ਗੱਲ ਕਰਦੇ ਹਾਂ, ਕੁਆਂਟੀਟੇਟਿਵ ਐਪਟੀਟਿਊਡ ਦੀ ਗੱਲ ਕਰਦੇ ਹਾਂ, ਤਾਂ ਹਮੇਸ਼ਾ ਆਪਣੇ ਸਾਹਮਣੇ ਸਭ ਤੋਂ ਜ਼ਰੂਰੀ ਟੌਪਿਕ ਜਿਹਦੇ ਵਿੱਚੋਂ ਮੈਕਸਿਮਮ ਕੁਐਸਚਨਸ ਆਉਂਦੇ ਨੇ ਉਹ ਹੁੰਦਾ ਹੈ ਮੈਂਸੂਰੇਸ਼ਨ ਦਾ। ਸੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਇੰਪੋਰਟੈਂਟ ਫਾਰਮੂਲੇਜ਼ ਨੇ ਉਹਨਾਂ ਦੀਆਂ ਫਿਗਰਸ ਦੇ ਨਾਲ ਐਕਸਪਲੇਨ ਕਰੂੰਗੀ। ਤੁਸੀਂ ਜਿਹੜਾ ਸਬ ਇੰਸਪੈਕਟਰ ਦਾ ਐਗਜ਼ਾਮ ਆ ਚਾਹੇ ਕਾਂਸਟੇਬਲ ਦਾ, ਕੁਝ ਵੀ ਨਹੀਂ ਕਰਨਾ, ਕੋਈ ਤੁਹਾਨੂੰ ਟਫ ਟੈਕਨੀਕਲ ਕੁਐਸਚਨਸ ਦੇ ਵਿੱਚ ਜਾਣ ਦੀ ਲੋੜ ਨਹੀਂ। ਮੈਂਸੂਰੇਸ਼ਨ ਦੇ ਵਿੱਚੋਂ ਜੇ ਤੁਸੀਂ ਪੁਰਾਣੇ ਪੇਪਰ ਚੱਕ ਕੇ ਦੇਖੋਗੇ ਤਾਂ ਬਹੁਤ ਸਿੰਪਲ ਸਿੱਧੇ ਕੁਐਸਚਨ ਆਏ ਨੇ। ਐਗਜ਼ਾਮ ਦੇ ਵਿੱਚ ਤੁਹਾਨੂੰ ਫਾਰਮੂਲਾ ਰੱਟੇ ਲੱਗੇ ਹੋਣਾ ਚਾਹੀਦਾ, ਕੁਐਸਚਨ ਦੇਖਣ ਸਾਰ ਤੁਸੀਂ ਉਹਦਾ ਆਨਸਰ ਸੋਲਵ ਕਰ ਪਾਓਗੇ। ਸੋ ਮੈਂ ਅੱਜ ਇਹੀ ਕੀਤਾ ਤੁਹਾਡੇ ਲਈ ਬਹੁਤ ਹੀ ਆਸਾਨ ਕਰਕੇ ਇੱਕ ਜਗ੍ਹਾ ਦੇ ਉੱਤੇ ਸਾਰੇ ਇੰਪੋਰਟੈਂਟ ਫਾਰਮੂਲੇ ਲੈ ਕੇ ਆਈ ਹਾਂ ਤੇ ਨਾਲ ਹੀ ਜਿਹੜਾ 2016 ਦਾ ਸਬ ਇੰਸਪੈਕਟਰ ਦਾ ਐਗਜ਼ਾਮ ਆਇਆ ਸੀ ਉਹਦੇ ਵਿੱਚੋਂ ਜੋ ਇੰਪੋਰਟੈਂਟ ਕੁਐਸਚਨ ਮੈਂਸੂਰੇਸ਼ਨ ਟੌਪਿਕ ਦੇ ਸੀ ਉਹ ਮੈਂ ਅੱਜ ਤੁਹਾਡੇ ਨਾਲ ਸੋਲਵ ਕਰਕੇ ਤੁਹਾਨੂੰ ਐਕਸਪਲੇਨ ਕਰੂੰਗੀ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ। So before beginning, I want to tell you guys that from now onwards मैं सिर्फ और सिर्फ PDFs Telegram चैनल ऊपर ही अपलोड करूंगी। सो तुसी मेरे Telegram चैनल ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਦੇਖ ਸਕਦੇ ਹੋ। ਤੁਸੀਂ ਉਸ ਲਿੰਕ ਨੂੰ ਓਪਨ ਕਰੋ, ਮੇਰੇ Telegram ਚੈਨਲ ਨੂੰ ਜੁਆਇਨ ਕਰੋ। ਜਿਵੇਂ ਹੀ ਮੈਂ ਉਰੇ ਲੈਕਚਰ ਅਪਲੋਡ ਕਰਦੀ ਹਾਂ ਨਾਲ ਦੀ ਨਾਲ ਮੈਂ ਥੋੜੇ ਟਾਈਮ ਬਾਅਦ ਹੀ ਉੱਥੇ ਸਾਰੀਆਂ PDFs ਅਪਲੋਡ ਕਰ ਦਿੰਨੀ ਆ ਆਪਣੇ ਚੈਨਲ ਤੇ। And one more thing, if you are watching this video for the first time on my channel, if you are new to my channel, please मेरे channel ਨੂੰ subscribe करो and ज़्यादा तो ज़्यादा support करो। So now let's move to our topic। So ਸਭ ਤੋਂ ਪਹਿਲਾਂ ਤੁਸੀਂ ਇਹ ਜਾਣੋ ਕਿ ਆਪਾਂ ਨੇ ਕਿੱਥੇ ਸਕੁਅਰ ਲਗਾਉਣਾ ਕਿੱਥੇ ਕਿਊਬ ਲਗਾਉਣਾ, ਕਿਉਂਕਿ ਸਕੁਅਰ ਤੇ ਕਿਊਬ ਨੂੰ ਦੇਖ ਕੇ ਹੀ ਤੁਸੀਂ ਏਰੀਆ ਤੇ ਵੋਲਿਊਮ ਦਾ ਜਿਹੜਾ ਫਰਕ ਹੈ ਉਹ ਸਮਝ ਸਕਦੇ ਹੋ। ਸੋ ਕੁਐਸਚਨ ਵਿੱਚ ਕਈ ਵਾਰੀ ਮੀਟਰ ਸਕੁਅਰ ਹੁੰਦਾ ਹੈ, ਮੀਟਰ ਕਿਊਬ ਹੁੰਦਾ ਹੈ। ਸੋ ਤੁਹਾਨੂੰ ਉਹ ਦੇਖਣ ਸਾਰ ਪਤਾ ਹੋਣਾ ਚਾਹੀਦਾ ਕਿ ਉਰੇ ਮੈਂ ਹੁਣ ਏਰੀਆ ਦਾ ਫਾਰਮੂਲਾ ਲਗਾਉਣਾ ਜਾਂ ਉਰੇ ਮੈਂ ਵੋਲਿਊਮ ਦਾ ਫਾਰਮੂਲਾ ਲਗਾਉਣਾ। ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਏਰੀਆ। ਜੇ ਏਰੀਆ ਹੈ ਤਾਂ ਜਾਂ ਤਾਂ ਉਹ ਮੀਟਰ ਸਕੁਅਰ ਦਿੱਤਾ ਹੋ ਜਾਂ ਉਹ ਸੈਂਟੀਮੀਟਰ ਸਕੁਅਰ ਦੇ ਵਿੱਚ, ਕਿਉਂਕਿ ਜਿਹੜਾ ਏਰੀਆ ਹੈ ਕਿਸੇ ਚੀਜ਼ ਦਾ ਇਹ 2D ਹੁੰਦਾ ਹੈ। 2D ਕੁਝ ਸ਼ੇਪਸ ਹੁੰਦੀਆਂ ਨੇ ਜਿਹੜੀਆਂ ਕਿ ਸਿਰਫ ਦੋ ਡਾਇਰੈਕਸ਼ਨਲ ਹੁੰਦੀਆਂ ਨੇ, ਦੋ ਡਾਇਮੈਂਸ਼ਨਲ। ਕੁਝ ਸ਼ੇਪ ਹੁੰਦੀਆਂ ਨੇ ਜਿਵੇਂ ਕਿਊਬ ਹੁੰਦਾ ਹੈ, ਕਿਊਬੋਇਡ ਹੁੰਦਾ, ਉਹ ਆਪਾਂ ਅੱਗੇ ਦੇਖਾਂਗੇ। ਉਹਨਾਂ ਨੂੰ ਆਪਾਂ 3D ਸ਼ੇਪਸ ਕਹਿੰਦੇ ਆ। ਸੋ ਉਹਨਾਂ ਦਾ ਆਪਾਂ ਏਰੀਆ ਨਹੀਂ, ਉਹਨਾਂ ਦਾ ਆਪਾਂ ਵੋਲਿਊਮ ਫਾਈਂਡ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ 2D ਸ਼ੇਪਸ ਦੀ, 2 dimensional shapes ਦੀ, so the area is the surface which is covered by closed shape। ਸੋ ਕਹਿੰਦੇ ਏਰੀਆ ਉਹ ਸਰਫੇਸ ਹੈ, ਉਹ ਜਗ੍ਹਾ ਹੈ ਜਿਹੜੀ ਕਿਸੇ ਕਲੋਜ਼ਡ ਮਤਲਬ ਕਿਸੇ ਬੰਦ ਸ਼ੇਪ ਨੇ ਆਪਦੇ ਆਪ ਵਿੱਚ ਸਮਾਈ ਹੋਈ ਹੈ। ਸੋ ਇਹ ਤੁਸੀਂ ਦੇਖ ਸਕਦੇ ਹੋ, ਫॉर एग्जांपल ਇੱਕ ਸਕੁਅਰ ਹੈ, ਇਹਦੇ ਵਿੱਚ ਜੋ ਵੀ ਇਹ ਜਗ੍ਹਾ ਹੈ ਇਹ ਏਰੀਆ ਹੈ। ਸੋ ਪੂਰਾ ਦਾ ਪੂਰਾ ਜੋ ਕਲੋਜ਼ ਸ਼ੇਪ ਕਵਰ ਕਰ ਲਵੇ ਜਿਸ ਏਰੀਏ ਨੂੰ, ਜਿਸ ਸਰਫੇਸ ਨੂੰ, ਉਹਨੂੰ ਆਪਾਂ ਕਹਿੰਦੇ ਆ ਏਰੀਆ। ਤੇ ਏਰੀਆ ਹਮੇਸ਼ਾ ਮੀਟਰ ਸਕੁਅਰ ਜਾਂ ਫਿਰ ਸੈਂਟੀਮੀਟਰ ਸਕੁਅਰ ਵਿੱਚ ਹੀ ਆਪਾਂ ਲਿਖਦੇ ਆ ਤੇ ਕੁਐਸਚਨ ਵਿੱਚ ਵੀ ਤੁਹਾਨੂੰ ਇਹਦੇ ਨਾਲ ਸਕੁਅਰ ਦੇਖਣ ਨੂੰ ਮਿਲੂਗਾ। ਹੁਣ ਆ ਗਈ ਦੂਜੀ ਗੱਲ ਪੈਰੀਮੀਟਰ ਦੀ। ਪੈਰੀਮੀਟਰ ਹੁੰਦਾ ਜਿਹੜਾ ਤੁਸੀਂ ਇਹ ਏਰੀਆ ਦੇਖ ਰਹੇ ਹੋ, ਏਰੀਏ ਨੂੰ ਮਾਪਣ ਲਈ, ਮੈਜ਼ਰ ਕਰਨ ਦੇ ਲਈ ਜਿਹੜੀਆਂ ਲਾਈਨਾਂ ਨੇ, ਇਹਨਾਂ ਲਾਈਨਾਂ ਦਾ ਜੋੜ, ਉਹ ਹੁੰਦਾ ਪੈਰੀਮੀਟਰ। ਸੋ ਇਟ ਇਜ਼ ਦ ਮੈਜ਼ਰ ਆਫ ਕੰਟੀਨਿਊਅਸ ਲਾਈਨ ਅਲੋਂਗ ਦ ਬਾਉਂਡਰੀ ਆਫ ਦ ਗਿਵਨ ਫਿਗਰ ਪੈਰੀਮੀਟਰ। ਸੋ ਜੇ ਤੁਹਾਨੂੰ ਕੁਐਸਚਨ ਦੇ ਵਿੱਚ ਕਿਸੇ ਨੇ ਇਹ ਪੁੱਛ ਲਿਆ ਵੀ ਇੱਕ ਸਕੁਅਰ ਗਾਰਡਨ ਹੈ, ਤੁਸੀਂ ਉਹਨੂੰ ਪੇਂਟ ਕਰਨਾ, ਤਾਂ ਤੁਸੀਂ ਉਹਨੂੰ ਪੂਰੇ ਨੂੰ ਪੇਂਟ ਕਰੋਗੇ, ਉਹਦੇ ਬੇਸ ਨੂੰ ਜੇ ਪੇਂਟ ਕਰਨਾ ਹੈ। ਜਾਂ ਤੁਹਾਨੂੰ ਕਿਸੇ ਨੇ ਕਹਿਤਾ ਕਿ ਇੱਕ ਸਕੁਅਰ ਗਾਰਡਨ ਹੈ, ਤੁਸੀਂ ਉੱਥੇ ਘਾਹ ਲਗਾਉਣਾ, ਤਾਂ ਹੁਣ ਤੁਸੀਂ ਪੂਰੇ ਵਿੱਚ ਘਾਹ ਲਗਾ ਰਹੇ ਹੋ ਤਾਂ ਤੁਹਾਨੂੰ ਉੱਥੇ ਏਰੀਆ ਪਤਾ ਹੋਣਾ ਚਾਹੀਦਾ ਹੈ। ਸਿੰਪਲ। ਜੇ ਕਿਸੇ ਨੇ ਕਹਿਤਾ ਕਿ ਕੋਈ ਗਾਰਡਨ ਹੈ, ਤੁਸੀਂ ਉਹਦੇ ਆਲੇ ਦੁਆਲੇ ਫੈਂਸਿੰਗ ਕਰਨੀ ਹੈ, ਤਾਰਾਂ ਲਗਾਉਣੀਆਂ ਨੇ, ਹੁਣ ਤਾਰਾਂ ਤਾਂ ਆਪਾਂ ਸਿਰਫ ਬਾਉਂਡਰੀ ਤੇ ਲਗਾਵਾਂਗੇ। ਸੋ ਤੁਸੀਂ ਉੱਥੇ ਪੈਰੀਮੀਟਰ ਫਾਈਂਡ ਆਊਟ ਕਰੋਗੇ। ਸੋ ਆਈ ਹੋਪ ਤੁਹਾਨੂੰ ਇਹ ਦੋ ਕਨਸੈਪਟ ਕਲੀਅਰ ਹੋ ਗਏ, ਕਿਉਂਕਿ ਇਹਨਾਂ ਦੇ ਆਧਾਰ ਦੇ ਉੱਤੇ ਹੀ ਕੁਐਸਚਨ ਪੁੱਛੇ ਜਾਂਦੇ ਨੇ ਐਗਜ਼ਾਮਸ ਦੇ ਵਿੱਚ ਕਿ ਏਰੀਆ ਤੁਸੀਂ ਪੇਂਟ ਕਰ ਲਿਆ ਜਾਂ ਏਰੀਆ ਦੇ ਤੁਸੀਂ ਫੈਂਸਿੰਗ ਕਰਤੀ, ਕਿਸੇ ਜਗ੍ਹਾ ਤੇ ਫੈਂਸਿੰਗ ਕਰਤੀ।
सो तुसी जिहड़े डिफरेंस ने छोटे छोटे जे तुहानू ये क्लीयर हो गए तुसी बिना क्वेश्चन की प्रैक्टिस किते भी एग्जाम दे विच आराम दे नाल क्योंकि इन्ने बेसिक क्वेश्चन पूछे जाते हैं कि जे तुहानू फॉर्मूला टिप्स ते तुहानू एरिए वॉल्यूम पैरीमीटर का डिफरेंस पता तुसी आसानी नाल मैंसुरेशन दे विचों पूरे दे पूरे नंबर लै सकते हो। हुण आ गया आपां वॉल्यूम ते पैरीमीटर कर लिया एरिया कर लिया। सो वॉल्यूम नूं आपां या तां सेंटीमीटर क्यूब च लिखदे हां या लिखदे हां मीटर क्यूब च। सो कहंदे जेड़ी भी 3D शेप है 3 डायमेंशनल वाली जिवें एक क्यूबॉइड हुंदा क्यूब हुंदा सो ओहदे अंदरली जिहड़ी स्पेस है जिहड़ी जगह है ओनू आपां कहने आ वॉल्यूम। उस तो बाद कर्व्ड सरफेस एरिया हुण उरे दोबारा गल आ गई एरिए दी ਤਾਂ ਉਰੇ ਹੁਣ ਆਪਾਂ ਜਾਂ ਤਾਂ ਮੀਟਰ ਸਕੁਅਰ ਚ ਕਰਾਂਗੇ ਜਾਂ ਫਿਰ ਆਪਾਂ ਕਰਾਂਗੇ ਸੈਂਟੀਮੀਟਰ ਸਕੁਅਰ ਦੇ ਵਿੱਚ। ਉਸ ਤੋਂ ਅੱਗੇ ਆ ਗਿਆ ਲੇਟਰਲ ਸਰਫੇਸ ਏਰੀਆ ਇਹਨੂੰ ਵੀ ਸੇਮ ਮੀਟਰ ਸਕੁਅਰ ਸੈਂਟੀਮੀਟਰ ਸਕੁਅਰ। ਸੋ ਤੁਸੀਂ ਦੇਖੋਗੇ ਜਿੱਥੇ ਵੀ ਸਕੁਅਰ ਦੀ ਗੱਲ ਹੋ ਰਹੀ ਆ ਉੱਥੇ ਤੁਸੀਂ 2 ਵਾਲੇ ਜਿਹੜੇ ਅੱਖਰ ਨੇ ਉਹ ਲੱਭਣੇ ਨੇ ਵੀ ਤੁਹਾਡੀ ਜਿਹੜੀ ਡਾਇਮੈਂਸ਼ਨ ਹੈ ਮੈਜ਼ਰਮੈਂਟ ਹੈ ਮੀਟਰ ਸੈਂਟੀਮੀਟਰ ਉਹਦੇ ਨਾਲ 2 ਲੱਗਿਆ ਹੋਇਆ ਉੱਤੇ ਤਾਂ ਤੁਸੀਂ ਫਟਾਫਟ ਜਿਹੜੇ ਕਿਊਬ ਵਾਲੇ ਆਪਸ਼ਨ ਨੇ ਉਹ ਫਾਰਮੂਲੇ ਨੇ ਉਹ ਆਪਣੇ ਦਿਮਾਗ ਚੋਂ ਕੱਢ ਦੋਗੇ। ਸਿਰਫ ਤੁਸੀਂ ਆਪਣੇ ਦਿਮਾਗ 'ਚ ਜਿਹੜੇ ਏਰੀਆ ਵਾਲੇ ਫਾਰਮੂਲੇ ਤੁਸੀਂ ਯਾਦ ਕੀਤੇ ਹੋਏ ਨੇ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕਰੋਗੇ। ਸੋ ਲਾਸਟ ਵਿੱਚ ਹੈ ਕਿਊਬ ਯੂਨਿਟ। ਸੋ ਕਿਊਬ ਯੂਨਿਟ ਆਪਾਂ ਨੂੰ ਪਤਾ ਹੈ ਕਿ 3 ਹੁੰਦਾ ਸੋ ਇਟ ਇਜ਼ ਮੀਟਰ ਕਿਊਬ ਜਾਂ ਫਿਰ ਸੈਂਟੀਮੀਟਰ ਕਿਊਬ। ਸੋ ਜੇ ਆਪਾਂ ਕਰਵਡ ਸਰਫੇਸ ਏਰੀਆ ਦੀ ਗੱਲ ਕਰੀਏ ਤਾਂ ਕਹਿੰਦੇ ਕਰਵਡ ਸਰਫੇਸ ਏਰੀਆ ਦਾ ਮਤਲਬ ਹੈ ਜਿਹੜਾ ਕਰਵਡ ਸਰਫੇਸ ਕਰਵ ਹੁੰਦਾ ਇਹ ਬੈਂਡ ਜਿਵੇਂ ਇੱਕ ਸਫੇਅਰ ਦੇ ਉੱਤੇ ਹੁੰਦਾ ਹੈ ਕਿਸੇ ਇੱਕ ਬਾਲ ਹੋ ਗਈ ਇੱਕ ਬਾਲ ਦਾ ਜਿਹੜਾ ਪੂਰਾ ਏਰੀਆ ਹੋ ਗਿਆ। ਉਸ ਤੋਂ ਬਾਅਦ ਆ ਗਿਆ ਟੋਟਲ ਏਰੀਆ ਆਫ ਆਲ ਲੇਟਰਲ ਸਰਫੇਸ ਦੈਟ ਸਰਾਊਂਡ ਦ ਗਿਵਨ ਫਿਗਰ ਇਜ਼ ਲੇਟਰਲ ਸਰਫੇਸ ਏਰੀਆ। ਹੁਣ ਕਹਿੰਦੇ ਲੇਟਰਲ ਸਰਫੇਸ ਏਰੀਆ ਉਹ ਹੈ ਜਿਹੜਾ ਪੂਰੀ ਦੀ ਪੂਰੀ ਕਿਸੇ ਪੋਜੀਸ਼ਨ ਨੂੰ ਹੁਣ ਜਿਵੇਂ ਮੈਂ ਕਰਵ ਸਰਫੇਸ ਏਰੀਆ ਦੀ ਗੱਲ ਕੀਤੀ ਤਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ ਸਿਰਫ ਇਹਦਾ ਜਿਹੜਾ ਉੱਪਰਲਾ ਆਪਾਂ ਉਹ ਕੈਲਕੂਲੇਟ ਕਰ ਲਾਂਗੇ ਜਿਵੇਂ ਆਪਾਂ ਸਫੇਅਰ ਚ ਕਰਦੇ ਹੁੰਨੇ ਆ। ਪਰ ਕਹਿੰਦੇ ਜਿਹੜਾ ਲੇਟਰਲ ਸਰਫੇਸ ਏਰੀਆ ਇਹਦੇ ਵਿੱਚ ਜੋ ਵੀ ਟੋਟਲ ਏਰੀਆ ਪੂਰੀ ਫਿਗਰ ਨੂੰ ਸਰਾਊਂਡ ਕਰ ਰਿਹਾ ਆਪਾਂ ਉਹ ਵੀ ਫਾਈਂਡ ਆਊਟ ਕਰਦੇ ਆ। ਦੈਨ ਆ ਗਿਆ ਟੋਟਲ ਸਰਫੇਸ ਏਰੀਆ। ਉਰੇ ਮੈਂ ਤੁਹਾਨੂੰ ਲੇਟਰਲ ਦਾ ਮਤਲਬ ਦੱਸ ਦਿੰਦੀ ਆ। ਲੇਟਰਲ ਦਾ ਮਤਲਬ ਹੁੰਦਾ ਲੁਕਿਆ ਹੋਇਆ। ਸੋ ਕਹਿੰਦੇ ਜਿਹੜੀਆਂ ਚੀਜ਼ਾਂ ਲੁਕੀਆਂ ਹੋਈਆਂ ਨੇ ਤੁਸੀਂ ਉਹਨਾਂ ਨੂੰ ਵੀ ਬਾਹਰ ਕੱਢ ਕੇ ਉਹਨਾਂ ਦਾ ਏਰੀਆ ਵੀ ਐਡ ਕਰੋਗੇ। then total surface area curved surface area plus lateral surface area simple ਇਹਨਾਂ ਦੋਨਾਂ ਦਾ ਜੋੜ ਜੇ ਤੁਹਾਨੂੰ ਇਹਦਾ ਫਾਰਮੂਲਾ ਪਤਾ ਹੈ ਇਹਦਾ ਪਤਾ ਤਾਂ ਫਿਰ ਤੁਸੀਂ total surface area ਕੱਢ ਸਕਦੇ ਹੋ। ਸੋ ਹੁਣ ਤੁਸੀਂ ਜਿਹੜੇ ਮੈਂ ਤੁਹਾਨੂੰ ਫਾਰਮੂਲੇ ਦੱਸਣ ਜਾ ਰਹੀ ਹਾਂ ਇਹਨਾਂ ਫਾਰਮੂਲਿਆਂ ਨੂੰ as it is ਯਾਦ ਕਰਕੇ ਜਾਣਾ ਹੈ ਕਿਉਂਕਿ ਐਗਜ਼ਾਮ ਦੇ ਵਿੱਚ ਤੁਹਾਨੂੰ ਇਹਨਾਂ ਤੋਂ ਬਾਹਰ ਕੋਈ ਵੀ ਕੁਐਸਚਨ ਨਹੀਂ ਆ ਸਕਦਾ ਮੈਂਸੂਰੇਸ਼ਨ ਦਾ। ਤੇ ਬਾਕੀ ਜੇ ਆਪਾਂ ਸਬ ਇੰਸਪੈਕਟਰ ਜਾਂ ਕਾਂਸਟੇਬਲ ਐਗਜ਼ਾਮ ਦੀ ਗੱਲ ਕਰੀਏ ਜਿਵੇਂ ਮੈਂ ਖੁਦ ਦਾ ਇੱਕ ਐਨਾਲਿਸਿਸ ਕੀਤਾ ਪ੍ਰੀਵੀਅਸ ਈਅਰ ਪੇਪਰ ਨੂੰ ਦੇਖ ਕੇ ਤਾਂ ਮੇਰਾ ਇਹੀ ਸੁਜੈਸ਼ਨ ਹੈ ਕਿ ਤੁਸੀਂ ਮੇਨ ਫੋਕਸ ਰੱਖਣਾ ਹੈ ਸਕੁਆਇਰ ਰੈਕਟੈਂਗਲ ਸਰਕਲ ਇਕੁਇਲੇਟਰਲ ਟ੍ਰਾਇੰਗਲ ਰੋਮਬਸ ਤੇ ਪੈਰਲਲੋਗ੍ਰਾਮ ਤੇ। ਸੋ ਇਹਨਾਂ ਉੱਤੇ ਤੁਸੀਂ ਆਪਣਾ ਮੇਨ ਫੋਕਸ ਰੱਖਣਾ ਹੈ। ਜਿਹੜੀਆਂ ਇਹ ਸ਼ੇਪਸ ਨੇ ਇਹਨਾਂ ਦੇ ਫਾਰਮੂਲੇ ਤਾਂ ਤੁਹਾਨੂੰ 100% ਯਾਦ ਹੋਣੇ ਚਾਹੀਦੇ ਨੇ। ਸੋ ਤੁਸੀਂ ਜਦੋਂ ਇਹਨਾਂ ਫਾਰਮੂਲਿਆਂ ਨੂੰ ਯਾਦ ਕਰਨਾ ਹੈ ਨਾਲ ਜਿਹੜੀਆਂ ਇਹ ਸ਼ੇਪਸ ਨੇ ਇਹਨਾਂ ਨੂੰ ਆਪਣੇ ਸਾਹਮਣੇ ਦੇਖ ਕੇ ਯਾਦ ਕਰਨਾ ਹੈ। ਇਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਪ੍ਰੈਕਟੀਕਲ ਅਪਰੋਚ ਮਿਲ ਜੂਗੀ ਚੀਜ਼ਾਂ ਨੂੰ ਸਮਝਣ ਦੇ ਲਈ। ਸੋ ਪਹਿਲੀ ਸ਼ੇਪ ਹੈ ਸਕੁਆਇਰ। ਸੋ ਇਹ ਹੈ ਸਕੁਆਇਰ ਇਹਦੀਆਂ ਚਾਰੋਂ ਸਾਈਡ ਸੇਮ ਹੁੰਦੀਆਂ ਨੇ। ਸੋ ਇਹਦਾ ਏਰੀਆ ਹੈ ਸਾਈਡ ਸਕੁਆਇਰ a ਸਕੁਆਇਰ। ਉਰੇ a ਦਾ ਮਤਲਬ ਹੈ ਕਿ ਆਪਾਂ ਨੇ ਇੱਕ ਸਾਈਡ ਨੂੰ a ਮੰਨਿਆ ਹੋਇਆ ਤੁਸੀਂ ਉਰੇ ਸਾਈਡ ਸਕੁਆਇਰ ਵੀ ਲਿਖ ਸਕਦੇ ਹੋ ਤੇ ਉਰੇ 4 into ਸਾਈਡ ਪੈਰੀਮੀਟਰ ਵੀ ਲਿਖ ਸਕਦੇ ਹੋ। ਨੈਕਸਟ ਹੈ ਰੈਕਟੈਂਗਲ। ਰੈਕਟੈਂਗਲ ਦਾ ਜਿਹੜਾ ਏਰੀਆ ਹੁੰਦਾ ਉਹ ਹੁੰਦਾ ਲੈਂਥ ਇਨਟੂ ਬ੍ਰੈਡਥ ਤੇ ਇਹਦਾ ਪੈਰੀਮੀਟਰ 2l + b। ਫਿਰ ਸਰਕਲ ਆ ਗਿਆ πr ਸਕੁਆਇਰ 2πr ਇਹਦਾ ਪੈਰੀਮੀਟਰ। ਦੈਨ ਆਈਸੋਸੇਲਸ ਟ੍ਰਾਇੰਗਲ। ਆਈਸੋਸੇਲਸ ਟ੍ਰਾਇੰਗਲ ਹੈ ਹਾਫ ਬੇਸ ਜਿਹੜਾ ਪੂਰਾ ਇਨਟੂ ਹਾਈਟ ਤੇ ਜਿਹੜਾ ਇਹਦਾ ਆਪਾਂ ਇਹ ਸਾਰਾ ਕੱਢਦੇ ਹੁੰਨੇ ਆ ਇਹਦੀ ਸਾਈਡਸ ਕੱਢਦੇ ਹੁੰਨੇ ਆ ਇਹਨੂੰ ਆਪਾਂ ਪਾਇਥਾਗੋਰਸ ਥਿਊਰਮ ਲਗਾ ਕੇ ਕੱਢਦੇ ਹੁੰਨੇ ਆ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਹੈ ਇਕੁਇਲੇਟਰਲ ਟ੍ਰਾਇੰਗਲ। ਜਿਹੜਾ ਇਕੁਇਲੇਟਰਲ ਟ੍ਰਾਇੰਗਲ ਹੈ ਤੁਸੀਂ ਇਹਦੀ ਮੇਨ ਇੱਕ ਚੀਜ਼ ਯਾਦ ਰੱਖ ਲਓ ਵੀ ਇਹ ਇਹੋ ਜਿਹਾ ਟ੍ਰਾਇੰਗਲ ਹੈ ਜਿਹਦੀਆਂ ਤਿੰਨੋਂ ਸਾਈਡਾਂ ਸੇਮ ਨੇ ਤੇ ਇਹਦਾ ਪੈਰੀਮੀਟਰ ਬਹੁਤ ਇੰਪੋਰਟੈਂਟ ਹੈ 3a। ਨੈਕਸਟ ਹੈ ਰਾਈਟ ਐਂਗਲ। ਜਿਹੜਾ ਇਹ ਟ੍ਰਾਇੰਗਲ ਹੈ ਇਹਦਾ ਇੱਕ ਜਿਹੜਾ ਐਂਗਲ ਹੈ ਇੱਕ ਲਾਈਨ ਹੈ
और राइट एंगल ਦੇ ਉੱਤੇ ਖੜੀ ਹੈ। ਨੈਕਸਟ ਆ ਗਿਆ ਰੋਮਬਸ। ਰੋਮਬਸ ਦੇ ਵਿੱਚ ਆਪਾਂ ਡਾਇਗਨਲਸ, ਤੁਸੀਂ ਉੱਥੇ D1 D2 ਦੇਖ ਕੇ ਘਬਰਾ ਨਹੀਂ ਜਾਣਾ, ਇਹ ਨੇ ਇਹਦੇ ਸਿੰਪਲ ਡਾਇਗਨਲ। ਡਾਇਗਨਲ ਰੋਮਬਸ ਦੇ ਇੱਕ ਕੋਨੇ ਨੂੰ ਦੂਜੇ ਕੋਨੇ ਦੇ ਨਾਲ ਜੋੜਦੇ ਨੇ ਤੇ ਹਰ ਰੋਮਬਸ ਦੇ ਵਿੱਚ ਦੋ ਡਾਇਗਨਲ ਹੁੰਦੇ ਨੇ, ਸੋ ਇਹ ਤੁਸੀਂ ਯਾਦ ਰੱਖਣਾ। ਨੈਕਸਟ ਹੈ ਪੈਰਲਲੋਗ੍ਰਾਮ। ਸੋ ਪੈਰਲਲੋਗ੍ਰਾਮ ਇਹ ਹੈ ਜਿਹੜੀਆਂ ਇਹਦੀਆਂ opposite sides ਨੇ ਇਹ ਆਪਸ ਦੇ ਵਿੱਚ ਪੈਰਲਲ ਨੇ। ਸੋ ਤੁਸੀਂ ਇਹਦੇ ਵਿੱਚ ਹਮੇਸ਼ਾ ਜਿਹੜਾ ਇਹਦਾ ਇੱਕ ਸਾਈਡ ਦਾ ਟ੍ਰਾਇੰਗਲ ਹੈ ਉਹਦੀ ਹਾਈਟ ਕੱਢਣੀ ਹੁੰਦੀ ਹੈ। ਸੋ ਇਹਨੂੰ ਤੁਸੀਂ ਸਿੰਪਲੀ ਕੀ ਕਰਨਾ ਹੈ, ਪਹਿਲਾਂ ਟ੍ਰਾਇੰਗਲ ਦਾ ਤੁਸੀਂ ਏਰੀਆ ਦਾ ਫਾਰਮੂਲਾ ਲਾਓਗੇ, ਫਿਰ ਤੁਸੀਂ ਪੂਰਾ ਜਿਹੜਾ ਇੱਕ ਪੈਰਲਲੋਗ੍ਰਾਮ ਹੈ ਤੁਸੀਂ ਉਰੇ ਦੇਖ ਸਕਦੇ ਹੋ, ਬੇਸ ਇਨਟੂ ਹਾਈਟ, ਇਹਦਾ ਸਕੁਆਇਰ ਜਿਹੜਾ ਏਰੀਆ ਹੈ, ਫਿਰ ਇਹਦਾ ਪੈਰੀਮੀਟਰ ਹੈ 2 × l+b। ਸੋ ਮੋਸਟਲੀ ਜਿਹੜਾ ਪੈਰਲਲੋਗ੍ਰਾਮ ਦਾ ਕੁਐਸਚਨ ਹੁੰਦਾ ਉਹਦੇ ਵਿੱਚ ਕੀ ਹੁੰਦਾ, ਤੁਹਾਨੂੰ ਹਾਈਟ ਫਾਈਂਡ ਆਊਟ ਕਰਨ ਨੂੰ ਕਹਿ ਦਿੰਦੇ ਨੇ। ਸੋ ਤੁਸੀਂ ਕੀ ਕਰਨਾ ਹੁੰਦਾ, ਜੇ ਤੁਹਾਨੂੰ ਨੀਚੇ ਵਾਲੀ ਪੂਰੀ ਦਿੱਤੀ ਹੋਈ ਹੈ ਤੁਸੀਂ ਇਸ ਟ੍ਰਾਇੰਗਲ ਦਾ ਬੇਸ ਲੱਭ ਲਓਗੇ। ਸੋ ਤੁਹਾਡੇ ਕੋਲ ਆਹ ਸਾਈਡਸ ਆਲਰੇਡੀ ਕੁਐਸਚਨ ਦਿੱਤੀਆਂ ਹੋਣਗੀਆਂ, ਸਿੰਪਲੀ ਤੁਸੀਂ ਟ੍ਰਾਇੰਗਲ ਦਾ ਫਾਰਮੂਲਾ ਲਾ ਕੇ ਹਾਫ ਬੇਸ ਇਨਟੂ ਹਾਈਟ ਵਾਲਾ, ਜਾਂ ਜੇ ਤੁਹਾਡਾ ਆਈਸੋਸਲੈਸ ਟ੍ਰਾਇੰਗਲ ਹੈ ਤਾਂ ਤੁਸੀਂ ਇਹਦੇ ਵਿੱਚ ਵੀ ਸੇਮ ਦੋਨਾਂ ਦਾ ਫਾਰਮੂਲਾ ਹੈ। ਸੋ ਚਾਹੇ ਆਈਸੋਸਲੈਸ ਹੋਵੇ ਚਾਹੇ ਹੋਵੇ ਰਾਈਟ, ਤੁਸੀਂ ਉਰੇ ਜਿਹੜਾ ਵੈਸੇ ਤਾਂ ਜਿਹੜੇ ਪੈਰਲਲੋਗ੍ਰਾਮ ਦੇ ਟ੍ਰਾਇੰਗਲ ਬਣਦੇ ਹੁੰਦੇ ਨੇ ਇਹ ਰਾਈਟ ਐਂਗਲ ਟ੍ਰਾਇੰਗਲ ਹੁੰਦੇ ਨੇ। ਸੋ ਤੁਹਾਡਾ ਫਾਰਮੂਲਾ ਉਰੇ ਇਹੀ ਲੱਗਣਾ, ਦੋਨੋਂ ਸੇਮ ਹੀ ਨੇ। ਸੋ ਤੁਸੀਂ ਉੱਥੇ ਕੀ ਕਰਨਾ ਹੈ, ਪਹਿਲਾਂ ਆਹ ਫਾਰਮੂਲਾ ਲਗਾ ਕੇ ਜੇ ਤੁਹਾਡੇ ਕੋਲ ਹਾਈਟ ਨਹੀਂ ਦਿੱਤੀ ਹੋਈ ਤੁਸੀਂ ਉੱਥੇ ਹਾਈਟ ਕੱਢ ਲਓਗੇ, ਫਿਰ ਸਿੰਪਲੀ ਤੁਹਾਡੇ ਕੋਲ ਹਾਈਟ ਆ ਗਈ, ਤੁਹਾਡੇ ਕੋਲ ਬੇਸ ਆ ਗਿਆ, ਤਾਂ ਤੁਸੀਂ ਈਜ਼ੀਲੀ ਇਹਦਾ ਜਿਹੜਾ ਫਾਰਮੂਲਾ ਲਗਾ ਕੇ ਏਰੀਆ ਉਹ ਕੱਢ ਸਕਦੇ ਹੋ। ਲਾਸਟ ਵਿੱਚ ਆ ਗਿਆ ਟ੍ਰਪੀਜ਼ੀਅਮ। ਸੋ ਟ੍ਰਪੀਜ਼ੀਅਮ ਵੀ ਆਲਮੋਸਟ ਸੇਮ ਹੈ, ਇਹਦੀਆਂ ਜਿਹੜੀਆਂ ਫਰਕ ਕੀ ਹੈ ਵੀ opposite sides ਨੇ ਉਹ ਪੈਰਲਲ ਨਹੀਂ ਹੈਗੀਆਂ। ਜਿਵੇਂ ਪੈਰਲਲੋਗ੍ਰਾਮ ਦੇ ਤਾਂ ਅੰਦਰ ਨੂੰ ਬੈਂਟ ਨੇ, ਇਹਦੀਆਂ ਬਾਹਰ ਨੂੰ ਨਿਕਲੀਆਂ ਹੋਈਆਂ ਨੇ। ਸੋ ਇਹਦੇ ਵਿੱਚ ਵੀ ਆਪਾਂ ਸੇਮ ਬਿਲਕੁਲ ਪਹਿਲਾਂ ਟ੍ਰਾਇੰਗਲਸ ਦਾ ਏਰੀਆ ਕੱਢਦੇ ਹਾਂ, ਫਿਰ ਆਪਾਂ ਪੂਰਾ ਫਾਰਮੂਲਾ ਲਗਾ ਕੇ ਟ੍ਰਪੀਜ਼ੀਅਮ ਦਾ ਕੱਢਦੇ ਹਾਂ। ਤੇ ਇੱਕ ਇੰਪੋਰਟੈਂਟ ਚੀਜ਼ ਜਿਹੜਾ ਐਗਜ਼ਾਮ ਦੇ ਲਈ ਬਹੁਤ ਜ਼ਰੂਰੀ ਹੈ ਉਹ ਹੈ ਪੈਰੀਮੀਟਰ ਟ੍ਰਪੀਜ਼ੀਅਮ ਦਾ। ਜੋ ਵੀ ਇਹਦੀਆਂ ਸਾਈਡਸ ਨੇ A B C D, ਇਹਨਾਂ ਚਾਰਾਂ ਸਾਈਡਸ ਦਾ ਟੋਟਲ ਆ ਗਿਆ ਟ੍ਰਪੀਜ਼ੀਅਮ ਦਾ ਪੈਰੀਮੀਟਰ। ਨੈਕਸਟ ਆ ਗਿਆ ਹੁਣ ਆਪਣੀਆਂ ਜਿਹੜੀਆਂ ਵੋਲਿਊਮ ਵਾਲੀਆਂ ਚੀਜ਼ਾਂ ਆ ਗਈਆਂ ਆਪਣੀਆਂ 3 ਡਾਇਮੈਂਸ਼ਨਲ। ਹੁਣ ਤੁਸੀਂ ਉਰੇ ਆਪ ਦੇਖ ਸਕਦੇ ਹੋ ਵੀ ਇਹ 3 ਡਾਇਮੈਂਸ਼ਨਲ ਕਿਉਂ ਨੇ। ਤੁਸੀਂ ਦੇਖੋ ਇੱਕ ਤਾਂ ਉਰੇ ਟ੍ਰਾਇੰਗਲ ਬਣੀ ਜਾ ਰਿਹਾ, ਇੱਕ ਆ ਗਿਆ ਨੀਚੇ ਸਰਕਲ, ਸੋ ਇਹ ਪਹਿਲੀ ਚੀਜ਼। ਉਰੇ ਵੀ ਸੇਮ, ਇੱਕ ਤਾਂ ਉਰੇ ਆਪਾਂ ਕਰਵਡ ਸਰਫੇਸ ਏਰੀਆ ਕੱਢਾਂਗੇ ਤਾਂ ਸਾਰੀਆਂ ਸ਼ੇਪਸ ਦੇ ਵਿੱਚ ਤੁਹਾਨੂੰ ਤਿੰਨ ਸ਼ੇਪਸ ਦਿਖ ਰਹੀਆਂ ਹੋਣਗੀਆਂ, ਜਿਵੇਂ ਉਰੇ ਸਕੁਆਇਰ ਵੀ ਹੈ ਤੁਹਾਡੇ ਕੋਲ, ਇੱਕ ਬੇਸ ਵੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਵੀ ਸ਼ੇਪਸ ਹੁੰਦੀਆਂ ਨੇ ਜਿਹੜੀਆਂ ਕਿ 3 ਡਾਇਮੈਂਸ਼ਨਲ, ਉਹਨਾਂ ਨੂੰ ਆਪਾਂ ਵੋਲਿਊਮ ਕੱਢਦੇ ਹਾਂ ਜਾਂ ਉਹਨਾਂ ਦਾ ਆਪਾਂ ਕਰਵਡ ਸਰਫੇਸ, ਲੇਟਰਲ ਸਰਫੇਸ ਏਰੀਆ ਕੱਢਦੇ ਹਾਂ। ਸੋ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਕੋਈ ਕੁਐਸਚਨ ਦੇਖਣਾ ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੇਖਣੀ ਹੈ ਵੀ ਤੁਹਾਨੂੰ ਉੱਥੇ ਪੁੱਛਿਆ ਕੀ ਹੋਇਆ। ਸੋ ਜੇ ਤੁਹਾਨੂੰ ਇਹਨਾਂ 6 ਚੀਜ਼ਾਂ ਦੇ ਵਿੱਚੋਂ ਇਹ 6 ਸ਼ੇਪਸ ਦੇ ਵਿੱਚੋਂ ਕੋਈ ਸ਼ੇਪ ਕੁਐਸਚਨ 'ਚ ਹੈ ਤਾਂ ਤੁਸੀਂ ਜਿਹੜੇ ਪਿੱਛੇ ਆਪਾਂ ਨੇ ਫਾਰਮੂਲੇ ਦੇਖੇ ਨੇ ਉਹ ਫਾਰਮੂਲੇ ਭੁੱਲ ਜਾਣੇ ਨੇ, ਤੁਸੀਂ ਦਿਮਾਗ 'ਚੋਂ ਕੱਢ ਦੇਣਾ ਵੀ ਆਪਾਂ ਨੇ ਉਹਨਾਂ 'ਚੋਂ ਕੋਈ ਲਗਾ ਸਕਦੇ ਹਾਂ। ਸੋ ਇਹੀ ਮੇਰਾ ਮੇਨ ਮਕਸਦ ਹੈ ਤੁਹਾਨੂੰ ਇਹ ਅਲੱਗ-ਅਲੱਗ ਚਾਰਟ ਦੇਣ ਦਾ, ਸੋ ਦੈਟ ਤੁਸੀਂ ਪੇਪਰ 'ਚ ਕਨਫਿਊਜ਼ ਨਾ ਹੋਵੋ, ਤੁਹਾਨੂੰ ਉੱਥੇ ਪਤਾ ਹੋਵੇ। ਕਈ ਵਾਰੀ ਬੱਚੇ ਇਸੇ ਚੀਜ਼ 'ਚ ਕਨਫਿਊਜ਼ ਹੋ ਜਾਂਦੇ ਨੇ ਕਿ ਮੈਂ ਉਰੇ ਹੁਣ ਕਿਊਬ ਦਾ ਫਾਰਮੂਲਾ ਲਾਵਾਂ, ਉਰੇ ਮੈਂ ਸਫੀਅਰ ਦਾ ਲਾਵਾਂ, ਕਿਸ ਚੀਜ਼ ਦਾ ਮੈਂ ਫਾਰਮੂਲਾ, ਉਰੇ ਮੈਂ ਸਰਕਲ ਦਾ ਲਾਵਾਂ। ਸੋ ਤੁਹਾਨੂੰ ਉੱਥੇ ਪਤਾ ਚੱਲੂਗਾ ਕੁਐਸਚਨ ਦੇ ਵਿੱਚ ਜੇ ਕੋਈ ਫਿਗਰ ਦਾ ਨਾਮ ਹੈ ਤੁਸੀਂ ਉਹਨੂੰ ਰਿਲੇਟ ਕਰਕੇ ਦੇਖਣਾ ਵੀ ਇਹ ਕਿਊਬ ਤਾਂ ਨਹੀਂ ਹੈ, ਇਹ ਕਿਊਬੋਇਡ ਤਾਂ ਨਹੀਂ ਹੈ। ਸੋ ਉਸੇ ਦੇ ਅਕੋਰਡਿੰਗ ਤੁਸੀਂ ਆਪਣਾ ਫਟਾਫਟ ਫਾਰਮੂਲਾ ਯਾਦ ਕਰੋਗੇ, ਦਿਮਾਗ 'ਚ ਲੈ ਕੇ ਆਓਗੇ ਤੇ ਅਪਲਾਈ ਕਰੋਗੇ। ਸੋ ਪਹਿਲਾ ਆ ਗਿਆ ਕਿਊਬ। ਕਿਊਬ ਦਾ ਫਾਰਮੂਲਾ ਹੈ ਵੋਲਿਊਮ ਦਾ A ਕਿਊਬ। ਸੋ ਉਰੇ ਤੁਸੀਂ ਯਾਦ ਰੱਖਣਾ ਹੈ ਵੀ ਜਿੱਥੇ ਵੀ ਵੋਲਿਊਮ ਆ ਗਿਆ ਉੱਥੇ ਆਪਾਂ ਨੇ ਉੱਪਰ 3 ਲਿਖ ਕੇ ਆਉਣਾ, ਕਿਊਬ ਵਾਲੀ ਆਪਸ਼ਨ ਟਿਕ ਕਰਨੀ ਹੈ। ਪਹਿਲੀ ਚੀਜ਼, ਕਈ ਵਾਰੀ ਕੀ ਹੁੰਦਾ ਤੁਹਾਨੂੰ ਉੱਥੇ ਆਨਸਰ ਦਿੱਤਾ ਹੋਇਆ ਹੈ 672 ਮੀਟਰ ਕਿਊਬ, 672 ਮੀਟਰ ਸਕੁਆਇਰ, ਆਪਾਂ ਕਾਲੀ ਚ ਆਪਣਾ ਆਨਸਰ ਸਹੀ ਨਿਕਲਿਆ ਹੈ, ਆਪਾਂ ਉੱਥੇ 672 ਮੀਟਰ ਸਕੁਆਇਰ ਵੋਲਿਊਮ ਦਾ ਆਨਸਰ ਕਰਿਆ ਆਉਂਦੇ ਆ। ਇਹੋ ਜਿਹੀਆਂ ਗਲਤੀਆਂ ਬਿਲਕੁਲ ਵੀ ਨਹੀਂ ਕਰਨੀਆਂ। ਸੋ ਫਿਰ ਆ ਗਿਆ ਕਿਊਬੋਇਡ। ਕਿਊਬੋਇਡ ਦਾ ਜਿਹੜਾ ਵੋਲਿਊਮ ਹੈ ਉਹ ਹੈ ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ। ਫਿਰ ਸਫੀਅਰ 4/3 ਪਾਈ ਆਰ ਕਿਊਬ। ਉਸ ਤੋਂ ਬਾਅਦ ਹੈਮੀਸਫੀਅਰ। ਹੈਮੀਸਫੀਅਰ ਤੁਸੀਂ ਦੇਖ ਸਕਦੇ ਹੋ ਇਸੇ ਸਫੀਅਰ ਦਾ ਉੱਪਰਲਾ ਪਾਰਟ ਆਪਾਂ ਨੇ ਕੱਟਤਾ। ਸਿਲੰਡਰ। ਸਿਲੰਡਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਬਾਰ-ਬਾਰ ਪੁੱਛਿਆ ਜਾਂਦਾ ਹੈ। ਸੋ ਇਹਦਾ ਫਾਰਮੂਲਾ ਹੈ ਪਾਈ ਆਰ ਸਕੁਆਇਰ
h। सो पाई आर स्क्वायर ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਾਂ ਨੇ ਪਿੱਛੇ ਗੱਲ ਕੀਤੀ ਹੈ ਸਰਕਲ ਦੀ ਉਹਦਾ ਵੀ ਏਰੀਆ ਹੁੰਦਾ। ਸੋ ਨਾਲ ਇਹਦੇ ਚ ਆਪਾਂ ਨੇ ਹਾਈਟ ਐਡ ਕਰਤੀ। ਉਸ ਤੋਂ ਬਾਅਦ ਹੁਣ ਆ ਗਿਆ ਕੋਨ ਦਾ ਏਰੀਆ। ਕੋਨ ਵਿੱਚ ਪਹਿਲਾਂ ਆਪਾਂ ਜਿਹੜੀ ਇਹਦੀ ਇੱਕ ਸਾਈਡ ਹੁੰਦੀ ਹੈ ਉਹ ਕੱਢਦੇ ਹੁੰਦੇ ਆ, ਫਿਰ ਆਪਾਂ ਸੇਮ ਉਹੀ ਪਾਇਥਾਗੋਰਸ ਥਿਊਰਮ ਲਗਾ ਕੇ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਸੋ ਇਹ ਨੇ ਬੇਸਿਕ ਜਿਹਾ ਫਿਗਰਸ, ਤੁਸੀਂ ਇਹਨਾਂ ਦੇ ਟੋਟਲ ਸਰਫੇਸ ਏਰੀਆ ਦੇ ਫਾਰਮੂਲੇ ਯਾਦ ਕਰ ਲੈਣੇ ਨੇ, ਕਰਵਡ ਸਰਫੇਸ ਏਰੀਆ ਦੇ। ਬਟ ਪਰਸਨਲੀ ਮੈਂ ਤੁਹਾਨੂੰ ਜੋ ਵੀ ਅਪਕਮਿੰਗ ਐਗਜ਼ਾਮ ਨੇ ਉਹਨਾਂ ਦੇ ਲਈ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਟਰਾਈ ਕਰੋ ਕਿ ਏਰੀਆ, ਪੈਰੀਮੀਟਰ, ਵੋਲਿਊਮ, ਇਹ ਮੇਨ 3 ਫਾਰਮੂਲੇ ਚੰਗੀ ਤਰ੍ਹਾਂ ਰੱਟ ਕੇ ਜਾਓ। ਇਹਨਾਂ ਨੂੰ ਵੀ ਤੁਸੀਂ ਪੜ੍ਹਨਾ ਹੈ, ਲਰਨ ਕਰਨ ਦੀ ਕੋਸ਼ਿਸ਼ ਕਰਨੀ ਹੈ, ਅਪਲਾਈ ਕਰਕੇ ਦੇਖਣਾ ਹੈ। ਪਰ ਮੇਨ ਫੋਕਸ ਤੁਹਾਡੇ ਅਸਲੀ ਜਿਹੜੇ ਮਾਰਕਸ ਫੈਚ ਹੋਣੇ ਨੇ ਉਹ ਇਹਨਾਂ 3 ਫਾਰਮੂਲਿਆਂ ਨੂੰ ਲਗਾ ਕੇ ਹੀ ਹੋਣੇ ਨੇ, ਕਿਉਂਕਿ ਇਹੀ 3 ਫਾਰਮੂਲੇ ਅੱਗੇ ਜਾ ਕੇ ਇਹਨਾਂ ਦਾ ਬੇਸ ਬਣਾਉਂਦੇ ਨੇ। ਸੋ ਹੁਣ ਆਪਾਂ ਜਿਹੜਾ 2016 ਦੇ ਵਿੱਚ ਪੰਜਾਬ ਸਬ ਇੰਸਪੈਕਟਰ ਦਾ ਐਗਜ਼ਾਮ ਹੋਇਆ ਸੀ ਉਹਦੇ ਵਿੱਚੋਂ ਮੈਂਸੂਰੇਸ਼ਨ ਟੌਪਿਕ ਦੇ ਵਿੱਚੋਂ ਜਿਹੜੇ 2 ਇੰਪੋਰਟੈਂਟ ਕੁਐਸਚਨ ਆਏ ਸੀ ਉਹ ਆਪਾਂ ਹੁਣ ਸੋਲਵ ਕਰਕੇ ਦੇਖਾਂਗੇ। ਸੋ ਪਹਿਲਾ ਕੁਐਸਚਨ ਬੜਾ ਸਿੰਪਲ ਜਿਹਾ, फाइंड द वॉल्यूम ऑफ क्यूबॉइड। ਇਹਨਾਂ ਨੇ ਸਿੱਧਾ ਹੀ ਆਪਾਂ ਨੂੰ ਪੁੱਛ ਲਿਆ ਕਿ ਕਿਊਬॉइड ਦਾ ਵੋਲਿਊਮ ਕੀ ਹੈ ਤੇ ਇਹਦੀਆਂ 3 ਡਾਇਮੈਂਸ਼ਨਸ ਦੇਤੀਆਂ। ਸੋ ਉਰੇ ਤੁਹਾਨੂੰ ਪਤਾ ਲੱਗ ਗਿਆ ਕਿ 3 ਡਾਇਮੈਂਸ਼ਨ ਦਾ ਕੀ ਮਤਲਬ ਹੁੰਦਾ, ਜਦੋਂ ਆਪਣੇ ਕੋਲ 3 ਮੈਜ਼ਰਮੈਂਟਸ ਹੋਣ। ਸੋ ਕਿਊਬॉइड ਦੀ ਆਪਾਂ ਨੂੰ ਲੈਂਥ ਦੇਤੀ, ਬ੍ਰੈਡਥ ਦੇਤੀ, ਉਹਦੀ ਹਾਈਟ ਦੇਤੀ। ਸਿੰਪਲ ਆਪਾਂ ਨੇ ਕੀ ਫਾਰਮੂਲਾ ਪੜਿਆ ਸੀ, ਵੋਲਿਊਮ ਆਫ ਕਿਊਬॉइड ਇਜ਼ ਇਕੁਅਲ ਟੂ L into B into H। ਆਪਾਂ ਨੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਲਟੀਪਲਾਈ ਕਰਨਾ ਹੈ, ਆਪਣੇ ਕੋਲ ਆਪਣਾ ਆਨਸਰ ਆ ਗਿਆ। ਬਹੁਤ ਸਿੰਪਲ ਕੁਐਸਚਨ। ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਮੈਂ ਜੋ ਐਨਾਲਿਸਿਸ ਕੀਤਾ ਹੈ ਕਿ ਮੇਜਰਲੀ ਮੈਂਸੂਰੇਸ਼ਨ ਦੇ ਵਿੱਚੋਂ ਸਿੰਪਲ ਕੁਐਸਚਨ ਆਉਂਦੇ ਨੇ। ਸੋ ਤੁਸੀਂ ਆਪਣਾ ਜ਼ਿਆਦਾ, ਹੁਣ ਆਲਰੇਡੀ ਟਾਈਮ ਬਹੁਤ ਘੱਟ ਹੈ, ਹਰ ਟੌਪਿਕ ਦੇ ਵਿੱਚੋਂ ਤੁਸੀਂ ਬਹੁਤ ਹੀ ਜ਼ਿਆਦਾ ਇੱਕ ਰੈਸ਼ਨਲ ਥਿੰਕਿੰਗ ਦੇ ਨਾਲ ਚੱਲੋ। ਤੁਸੀਂ ਚੂਜ਼ ਕਰੋ ਕਿ ਤੁਸੀਂ ਮੇਨਲੀ ਹਰ ਟੌਪਿਕ ਦੇ ਵਿੱਚੋਂ ਮੇਜਰ ਫੋਕਸ ਕਿਹਦੇ ਉੱਤੇ ਕਰਨਾ ਹੈ, ਕਿਉਂਕਿ ਆਪਾਂ ਹਰ ਚੀਜ਼ ਦੇ ਵਿੱਚ ਐਕਸਪਰਟ ਨਹੀਂ ਹੋ ਸਕਦੇ ਐਗਜ਼ਾਮ ਦੇ ਲਈ। ਸੋ ਤੁਸੀਂ ਆਪਣੀ ਪੋਜ਼ਿਟਿਵ ਤੇ ਨੈਗੇਟਿਵ ਚੀਜ਼ਾਂ ਦੇਖ ਕੇ ਜੋ ਤੁਹਾਨੂੰ ਲੱਗਦਾ ਤੁਹਾਡੇ ਸਟਰੋਂਗ ਪੁਆਇੰਟਸ ਨੇ, ਸਟਰੋਂਗ ਸਬਜੈਕਟਸ ਨੇ, ਟਰਾਈ ਕਰੋ ਤੁਸੀਂ ਉਹਨਾਂ ਸਬਜੈਕਟਸ ਨੂੰ ਹੀ ਇੰਨੀ ਪਰਫੈਕਟਲੀ ਤਿਆਰ ਕਰੋ ਵੀ ਉਹਨਾਂ ਤੋਂ ਜੋ ਕੁਐਸਚਨ ਆਵੇ ਉਹ ਤੁਹਾਡਾ 100% ਉੱਥੇ ਸਹੀ ਹੋਵੇ। ਨੈਕਸਟ ਆਪਣਾ ਲਾਸਟ ਕੁਐਸਚਨ ਹੈ, ਇੱਕ ਸਕੁਆਇਰ ਫੀਲਡ ਹੈ, ਉਹਦਾ ਏਰੀਆ ਦਿੱਤਾ ਹੋਇਆ 625 ਮੀਟਰ ਸਕੁਆਇਰ। ਸੋ ਇਹ ਮੈਂ ਕੁਐਸਚਨ ਆਲਰੇਡੀ ਤੁਹਾਡੇ ਲਈ ਸੋਲਵ ਕਰਕੇ ਰੱਖਿਆ। ਸੋ ਕਹਿੰਦੇ ਉਹਦੀ ਕਾਸਟ ਕਿੰਨੀ ਹੋਗੀ ਆਲੇ ਦੁਆਲੇ ਉਸ ਫੀਲਡ ਨੂੰ ਤਾਰ ਲਗਾਉਣ ਦੇ ਲਈ, ਫੈਂਸਿੰਗ ਕਰਨ ਦੇ ਲਈ। ਸੋ ਹੁਣ ਤੁਸੀਂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਇਹ 2 ਕੁਐਸਚਨ ਇੱਕ ਕੁਐਸਚਨ ਦਾ ਪਾਰਟ ਹੋਣ ਤਾਂ ਤੁਸੀਂ ਪਹਿਲਾਂ ਪਹਿਲੇ ਪਾਰਟ ਨੂੰ ਚੱਕਣਾ। ਸੋ ਉਰੇ ਆਪਾਂ ਨੂੰ ਦੇਤਾ ਏਰੀਆ। ਹੁਣ ਆਪਾਂ ਨੂੰ ਸਕੁਆਇਰ ਦੇ ਏਰੀਆ ਦਾ ਫਾਰਮੂਲਾ ਪਤਾ ਹੈ। ਸੋ ਇਹ ਹੈ ਸਕੁਆਇਰ, ਇਹਦੇ ਏਰੀਆ ਦਾ ਫਾਰਮੂਲਾ a ਸਕੁਆਇਰ। ਸੋ ਆਪਾਂ ਨੇ ਪਹਿਲਾ ਸਟੈਪ ਕੀ ਫੜਨਾ ਹੈ, ਸਾਈਡ ਆਪਾਂ ਨੇ ਕੱਢ ਲੈਣੀ ਹੈ। ਸੋ ਸਾਈਡ ਨੂੰ a ਮੰਨ ਲਓ। ਸੋ ਉਰੇ ਹੁਣ ਏਰੀਆ ਆਪਣੇ ਕੋਲ ਸਾਈਡ ਸਕੁਆਇਰ। ਸੋ ਜਿਹੜਾ 625 ਏਰੀਆ ਸੀ ਉਹਨੂੰ ਆਪਾਂ ਹੁਣ ਏਰੀਆ ਦੇ ਫਾਰਮੂਲੇ ਦੇ ਬਰਾਬਰ ਰੱਖ ਸਕਦੇ ਹਾਂ, ਕਿਉਂਕਿ ਦੋਨੋਂ ਚੀਜ਼ਾਂ ਬਰਾਬਰ ਨੇ। ਸੋ ਇਹਦੇ ਤੋਂ ਆਪਾਂ ਜਿਹੜੀ ਸਕੁਆਇਰ ਹੈ ਆਪਾਂ ਨੂੰ ਪਤਾ ਹੈ ਜੇ ਉਹਨੂੰ ਆਪਾਂ ਇਕੁਅਲ ਟੂ ਦੀ ਦੂਜੀ ਸਾਈਡ ਲੈ ਜਾਈਏ ਤਾਂ ਆਪਾਂ ਸਕੁਆਇਰ ਰੂਟ ਕੱਢ ਸਕਦੇ ਹਾਂ ਉਸ ਨੰਬਰ ਦਾ। ਸੋ a ਨੂੰ ਆਪਾਂ ਨੇ 625 ਦੇ ਸਕੁਆਇਰ ਰੂਟ ਦੇ ਬਰਾਬਰ ਰੱਖਤਾ। 625 ਕਿਹਦਾ ਸਕੁਆਇਰ ਰੂਟ ਹੈ, 25 ਦਾ। ਸੋ ਉਰੇ ਆਪਣੇ ਕੋਲ a ਇੱਕ ਸਾਈਡ ਆ ਗਈ 25 ਮੀਟਰ। ਸਿੰਪਲ, ਪਹਿਲਾ ਸਟੈਪ ਖਤਮ ਹੋ ਗਿਆ। ਹੁਣ ਤੁਸੀਂ ਅੱਗੇ ਕੁਐਸਚਨ ਪੜ੍ਹਨਾ ਸ਼ੁਰੂ ਕਰੋ। ਵਾਟ ਇਜ਼ ਦ ਕਾਸਟ ਆਫ ਫੈਂਸਿੰਗ। ਫੈਂਸਿੰਗ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਦਾ ਸੀ ਕਿ ਕਿਸੇ ਚੀਜ਼ ਨੂੰ ਤਾਰ ਲਗਾਉਣੀ ਹੈ ਤਾਂ ਆਪਾਂ ਇਹਦਾ ਪੈਰੀਮੀਟਰ ਕੱਢਾਂਗੇ। ਸੋ ਪੈਰੀਮੀਟਰ ਦਾ ਫਾਰਮੂਲਾ ਕੀ ਸੀ, 4a। ਸੋ 25 ਆ ਗਈ ਆਪਣੀ a ਸਾਈਡ, ਤਾਂ ਪੈਰੀਮੀਟਰ ਆ ਗਿਆ 100 ਮੀਟਰ। ਹੁਣ ਕਹਿੰਦੇ ਜੇ 1 ਮੀਟਰ ਦੀ ਤਾਰ ਦੇ ਲਈ 25 ਰੁਪਏ ਦਾ ਖਰਚਾ ਆ ਰਿਹਾ ਤਾਂ 100 ਮੀਟਰ ਦੀ ਤਾਰ ਲਈ ਕਿੰਨਾ ਖਰਚਾ ਆਊ, ਵੈਰੀ ਸਿੰਪਲ 2500 ਰੁਪਏ। ਸੋ ਆਪਣਾ C ਆਪਸ਼ਨ ਉਰੇ ਰਾਈਟ ਆਂਸਰ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਬੇਸਿਕ ਸਿੰਪਲ ਕੁਐਸਚਨ ਆਏ ਨੇ, ਪਰ ਇਹ ਸਿੰਪਲ ਆਪਾਂ ਨੂੰ ਉਦੋਂ ਲੱਗਣਗੇ ਪੇਪਰ 'ਚ ਜੇ ਆਪਾਂ ਨੂੰ ਫਾਰਮੂਲੇ ਟਿਪਸ ਤੇ ਹੋਣਗੇ। ਜੇ ਤੁਹਾਨੂੰ ਫਟਾਫਟ ਪਤਾ ਹੋਊਗਾ ਵੀ ਸਕੁਆਇਰ ਹੈ ਇਹਦੇ ਏਰੀਆ ਦਾ ਮੈਂ ਇਹ ਫਾਰਮੂਲਾ ਲਗਾਉਣਾ, ਸਿਲੰਡਰ ਆ ਗਿਆ ਇਹਦੇ ਏਰੀਆ ਦਾ ਇਹ ਫਾਰਮੂਲਾ ਲਗਾਉਣਾ। ਸੋ ਇਸੇ ਲਈ ਮੈਂ ਤੁਹਾਨੂੰ ਮੇਨ ਇਸ ਮੈਂਸੂਰੇਸ਼ਨ ਦੇ ਵਿੱਚੋਂ ਐਮਫੈਸਿਸ ਦੇ ਰਹੀ ਹਾਂ, ਫੋਕਸ ਕਰ ਰਹੀ ਹਾਂ ਕਿ ਤੁਸੀਂ ਫਾਰਮੂਲੇ ਚੰਗੀ ਤਰ੍ਹਾਂ ਬਾਏ ਹਾਰਟ ਯਾਦ ਕਰਨ ਦੀ ਕੋਸ਼ਿਸ਼ ਕਰੋ।
So this was all about our topic on mensuration. I hope you liked the video. Please do like, share, comment and keep supporting my channel Victor's Knowledge. Thank you and good luck.